Welcome my dear students. Welcome to my channel Let's Learn with Easy Tricks. ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੀ ਵੀਕਲੀ ਰਿਵੀਜ਼ਨ ਅਸਾਈਨਮੈਂਟ ਨੰਬਰ 2 ਸੋਲਵ ਕਰ ਰਹੇ ਹਾਂ, ਜਿਹਦੇ ਵਿੱਚ ਕੁਐਸਚਨ ਆਏ ਨੇ ਤੁਹਾਡੇ ਚੈਪਟਰ ਨੰਬਰ 13 ਦੇ। ਠੀਕ ਹੈ ਜੀ, ਤਾਂ ਆਪਾਂ ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ, ਕਿਉਂਕਿ ਕੁਐਸਚਨਸ ਹੈਗੇ ਨੇ ਥੋੜੇ ਲੈਂਥੀ ਤੇ ਆਪਾਂ ਨੂੰ ਟਾਈਮ ਲੱਗ ਜਾਏਗਾ। ਠੀਕ ਹੈ, ਗੱਲਾਂ 'ਚ ਟਾਈਮ ਵੇਸਟ ਨਹੀਂ ਕਰਦੇ। ਲੈਟਸ ਸਟਾਰਟ। क्वेश्चन नंबर 1, अर्ध व्यास 4.2 ਸੈਂਟੀਮੀਟਰ वाले धातु ਦੇ ਇੱਕ ਗੋਲੇ ਨੂੰ ਪਿਘਲਾ ਕੇ अर्ध व्यास 6 ਸੈਂਟੀਮੀਟਰ वाले ਇੱਕ बेलन ਦੇ रूप ਵਿੱਚ ਢਾਲਿਆ ਗਿਆ ਹੈ। ਤਾਂ ਬੇਟਾ ਆਪਣੇ ਕੋਲੇ ਦੋ ਫਿਗਰਸ ਨੇ, ਇੱਕ ਹੈ ਸਫੀਅਰ ਤੇ ਇੱਕ ਹੈ ਆਪਣੇ ਕੋਲੇ ਸਿਲੰਡਰ। ਤਾਂ ਦੇਖੋ ਸਫੀਅਰ ਦਾ ਤੁਹਾਨੂੰ ਆਰ ਪਤਾ ਹੈ, ਰੇਡੀਅਸ 4.2 ਸੈਂਟੀਮੀਟਰ, ਤੇ ਇਸ ਨੂੰ ਪਿਘਲਾ ਕੇ ਆਪਾਂ ਬਣਾਇਆ ਸਿਲੰਡਰ ਜਿਹਦਾ ਅਰਧ ਵਿਆਸ ਹੈ 6 ਸੈਂਟੀਮੀਟਰ। ਦੇਖੋ ਦੋਨੋਂ ਅਰਧ ਵਿਆਸ ਡਿਫਰੈਂਟ ਸੀ, ਤਾਂ ਇਸ ਕਰਕੇ ਮੈਨੇ ਇੱਕ ਦੇ ਲਈ ਸਮਾਲ ਆਰ ਦਾ ਯੂਜ਼ ਕੀਤਾ, ਇੱਕ ਲਈ ਕੈਪੀਟਲ ਆਰ ਦਾ। ਬੇਲਣ ਦੀ ਉਚਾਈ ਆਪਾਂ ਨੇ ਪਤਾ ਕਰਨੀ ਹੈ। ਇਹਦੇ ਵਿੱਚ ਹੁਣ ਕੀ ਧਿਆਨ ਦੇਣਾ ਬੇਟਾ, ਇੱਕ ਚੀਜ਼ ਨੂੰ ਪਿਘਲਾ ਕੇ ਦੂਜੀ ਚੀਜ਼ ਬਣਾਈ ਗਈ ਹੈ, ਤਾਂ ਇਟ ਮੀਨਸ ਦੋਨਾਂ ਫਿਗਰਸ ਦਾ ਵੋਲਿਊਮ ਜੋ ਹੈ ਉਹ ਸੇਮ ਹੋਊਗਾ। ਆਪਾਂ ਕੁਐਸਚਨ ਨੂੰ ਸਟਾਰਟ ਹੀ ਇੱਥੋਂ ਕਰਨਾ ਹੈ ਕਿ ਜਿਹੜੀ ਵੋਲਿਊਮ ਹੈ ਸਿਲੰਡਰ ਦਾ, ਅਕੋਰਡਿੰਗ ਟੂ ਕੁਐਸਚਨ ਲਿਖ ਕੇ ਵੋਲਿਊਮ ਆਫ ਸਿਲੰਡਰ ਇਜ਼ ਇਕੁਅਲ ਟੂ ਵੋਲਿਊਮ ਆਫ ਸਫੀਅਰ। ਪੰਜਾਬੀ 'ਚ ਕੀ ਲਿਖਾਂਗੇ, ਸਿਲੰਡਰ ਦਾ ਆਇਤਨ ਬਰਾਬਰ ਹੋਏਗਾ ਗੋਲੇ ਦਾ ਆਇਤਨ। ਤਾਂ ਬੇਸਿਕ ਚੀਜ਼ ਤੁਹਾਨੂੰ ਪਤਾ ਲੱਗ ਗਈ ਬੇਟਾ, ਇੱਕ ਚੀਜ਼ ਨੂੰ ਤੋੜ ਭੰਨ ਕੇ ਆਪਾਂ ਦੂਜੀ ਚੀਜ਼ ਬਣਾਈ ਹੈ ਤਾਂ ਦੋਨਾਂ ਦਾ ਆਇਤਨ ਇੱਕ ਦੂਸਰੇ ਦੇ ਬਰਾਬਰ ਹੋਊਗਾ। ਲੈਫਟ ਸਾਈਡ ਤੇ ਉਸ ਚੀਜ਼ ਦਾ ਆਇਤਨ ਰੱਖਿਆ ਕਰੋ ਜਿਹਦੇ ਵਿੱਚ ਕੋਈ ਚੀਜ਼ ਆਪਾਂ ਫਾਈਂਡ ਕਰਨੀ ਹੈ। ਠੀਕ ਹੈ ਜੀ, ਜਿਵੇਂ ਆਪਾਂ ਨੂੰ ਸਿਲੰਡਰ ਵਿੱਚ ਹਾਈਟ ਨਹੀਂ ਸੀ ਪਤਾ, ਉਹਨੂੰ ਆਪਾਂ ਲੈਫਟ ਸਾਈਡ ਤੇ ਰੱਖਿਆ। ਨਾਓ ਇਟਸ ਟਾਈਮ ਟੂ ਰਾਈਟ ਦਾ ਫਾਰਮੂਲਾਸ। ਵੋਲਿਊਮ ਆਫ ਸਿਲੰਡਰ ਦਾ ਫਾਰਮੂਲਾ ਕੀ ਹੁੰਦਾ, ਪਾਈ ਆਰ ਸਕੇਅਰ ਐਚ। ਜਿਹੜੇ ਲੈਟਰਸ ਨੇ, ਅਲਫਾਬੈਟ ਨੇ, ਉਹੀ ਯੂਜ਼ ਕਰੋ ਜੋ ਤੁਸੀਂ ਲੈਟ ਕੀਤੇ ਸੀ। ਠੀਕ ਹੈ, ਗੋਲੇ ਦਾ ਆਇਤਨ ਫਾਰਮੂਲਾ ਹੁੰਦਾ ਬੇਟਾ 4/3 ਪਾਈ ਆਰ ਦੀ 3। ਜਦੋਂ ਆਪਾਂ ਇੱਕ ਦੂਜੇ ਦੇ ਸਾਹਮਣੇ ਲਿਖੇ ਤਾਂ ਪਾਈ ਦੀ ਵੈਲਿਊ ਭਰਨ ਦੀ ਲੋੜ ਨਹੀਂ ਪਊਗੀ। ਠੀਕ ਹੈ ਜੀ, ਹੁਣ ਇਹਨਾਂ ਦੀਆਂ ਵੈਲਿਊਜ਼ ਭਰੋ। ਜੋ ਸਿਲੰਡਰ ਦੀ ਆਰ ਹੈ ਉਹ ਕਿੰਨੀ ਹੈ, 6, ਤੇ ਜੋ ਆਪਣੇ ਕੋਲੇ ਗੋਲੇ ਦੀ ਆਰ ਹੈ ਉਹ ਹੈ 4.2। ਇਹਨੂੰ ਪਹਿਲਾਂ ਹੀ ਆਪਾਂ ਪੁਆਇੰਟ ਨੂੰ ਹਟਾ ਲਓ, ਮਤਲਬ ਭਰੋਂਗੇ ਹੀ ਵੈਲਿਊ 42/10। ਆਪਾਂ ਇੱਥੇ ਇੱਕ ਸਟੈਪ ਬਚਾ ਲਿਆ ਹੈ ਨਾ, ਨਹੀਂ ਪਹਿਲਾਂ 4.2 ਲਿਖਦੇ, ਫਿਰ ਉਹਦਾ ਪੁਆਇੰਟ ਆਪਾਂ ਹਟਾਉਂਦੇ, ਤੋਂ ਪਹਿਲਾਂ ਹੀ ਆਪਾਂ ਇਸ ਨੂੰ ਕਵਰ ਕਰ ਲਿਆ। ਰਾਈਟ ਸਾਈਡ ਤੇ ਦੇਖੋ, ਜੇ ਕੁਝ ਕੈਂਸਲ ਹੋ ਰਿਹਾ ਤਾਂ ਪਹਿਲਾਂ ਹੀ ਕੈਂਸਲ ਕਰ ਲਓ, ਨਹੀਂ ਤਾਂ ਫਿਰ ਆਪਾਂ ਅਗਲਾ ਸਟੈਪ ਸ਼ੁਰੂ ਕਰਦੇ ਹਾਂ। ਕੱਟ ਤਾਂ ਰਿਹਾ ਦੇਖੋ, ਪਰ ਮੈਂ ਇੱਥੇ ਕਟਾ ਨਹੀਂ ਰਹੀ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ, ਮੈਂ ਇਹਨੂੰ ਇਕੱਠਾ ਹੀ ਕਟਾਵਾਂਗੀ। ਇੱਧਰਲੇ ਪਾਸੇ ਆਪਣੇ ਕੋਲੇ ਸਾਰੇ ਲਿਖ ਲਏ। ਜੋ ਲੈਫਟ ਸਾਈਡ ਤੇ 6 × 6 ਸੀ, ਹੁਣ ਇਹਨੇ ਰਾਈਟ ਸਾਈਡ ਤੇ ਜਾਣਾ ਹੈ ਤਾਂ ਉਹ ਓਵਰ 'ਚ ਜਾਏਗਾ। ਮਲਟੀਪਲਾਈ ਹੋ ਰਿਹਾ ਹੈ ਨਾ, ਤਾਂ ਰਾਈਟ ਸਾਈਡ ਤੇ ਜਾ ਕੇ ਡਿਵਾਈਡ ਹੋ ਜਾਏਗਾ। ਹੁਣ ਆਪਣੀਆਂ ਸਾਰੀਆਂ ਟਰਮਸ ਇੱਕ ਸਾਈਡ ਤੇ ਆ ਚੁੱਕੀਆਂ ਨੇ, ਜੋ ਕੈਂਸਲ ਹੋ ਰਿਹਾ ਹੈ ਫਟਾਫਟ ਉਸ ਨੂੰ ਕੈਂਸਲ ਕਰਦੇ ਹਾਂ। 6 ਦੇ ਪਹਾੜੇ ਤੇ ਦੇਖੋ 42 ਆਉਂਦਾ, ਕਿਸ ਤੇ 7 ਤੇ, 6 × 7 42। ਨੈਕਸਟ 6 ਅਗਲੇ 42 ਨਾਲ ਕੱਟ ਜਾਏਗਾ। ਠੀਕ ਹੈ, ਹੁਣ ਕੀ ਕੱਟੋਗੇ, 3 ਦੇ ਨਾਲ 42 ਕੱਟ ਲਓ। ਠੀਕ ਹੈ, ਮੈਂ ਹੁਣ 10 ਕੋਈ ਵੀ ਨਹੀਂ ਕੱਟੂੰਗੀ, ਕਿਉਂਕਿ ਕੈਲਕੂਲੇਸ਼ਨ ਨੂੰ ਈਜ਼ੀ ਬਣਾਉਣ ਦਾ ਇਹੀ ਢੰਗ ਹੈ ਕਿ ਜੇ ਆਪਾਂ ਨੀਚੇ 5 ਕਰ ਲਾਂਗੇ 2 ਨਾਲ ਕਟਾ ਕੇ, ਤਾਂ ਫਿਰ ਉਹਨਿਆਂ ਨਾਲ ਹੀ ਡਿਵਾਈਡ ਵੀ ਕਰਨਾ ਪਊਗਾ, ਤੇ ਆਪਾਂ ਉਸ ਡਿਵਾਈਡ ਤੋਂ ਬਚਣਾ। ਮਲਟੀਪਲਾਈ ਕਰੋ ਤੇ ਨੀਚੇ ਆਪਣੇ ਕੋਲ ਆ ਰਿਹਾ ਹੈ 1000। ਜੋ ਆਨਸਰ ਆਏਗਾ ਆਪਾਂ ਇਸ ਤੇ ਹੁਣ 3 ਗਿਣ ਕੇ ਡਿਜਿਟ ਪੁਆਇੰਟ ਲਗਾ ਦਾਂਗੇ, ਤਾਂ ਐਲ ਜਿਹੜੀ ਕੈਲਕੂਲੇਸ਼ਨ ਹੈ ਉਹ ਸੌਖੀ ਹੋ ਜੂਗੀ। ਠੀਕ ਹੈ ਜੀ, ਚਲੋ ਆਪਾਂ ਮਲਟੀਪਲਾਈ ਕਰਦੇ ਹਾਂ। ਹਾਂਜੀ ਬੇਟਾ, ਤਾਂ ਇਹਨੂੰ ਮਲਟੀਪਲਾਈ ਕਰਕੇ ਆਨਸਰ ਆ ਰਿਹਾ ਹੈ 2744 ਓਵਰ ਕਿੰਨਾ ਹੈ 1000। ਤਾਂ ਇਹਦਾ ਆਪਾਂ ਪੁਆਇੰਟ ਲਗਾ ਲਓ, 2.744 ਆਊਗਾ। ਤਾਂ ਡਿਜਿਟ ਆਪਾਂ 2 ਵੀ ਰੱਖ ਸਕਦੇ ਹਾਂ, ਜਿਹੜਾ ਪਿੱਛੇ ਤੁਹਾਡਾ ਮੈਥ ਦੇ ਵਿੱਚ ਆਨਸਰ ਦਿੱਤਾ ਹੋਇਆ ਹੈ ਉਹ 2.74 ਹੈ। ਹੁਣ ਇਹ ਸਾਰੀ ਜਿਹੜੀ ਸਮ ਸੀਗੇ ਦੇਖੋ, ਉਹ ਸੈਂਟੀਮੀਟਰ 'ਚ ਸੀ ਕਿ ਮੀਟਰ 'ਚ ਸੀ, ਹਾਂਜੀ ਉਹ ਸੈਂਟੀਮੀਟਰ 'ਚ ਸੀ। ਤਾਂ ਜਿਹੜੀ ਆਪਣੀ ਐਚ ਆਈ ਹੈ ਬੇਟਾ ਉਹ ਵੀ ਕਿਹਦੇ 'ਚ ਹੋਊਗੀ, ਸੈਂਟੀਮੀਟਰ 'ਚ। ਦੇਖੋ ਹੁਣ ਤੁਹਾਨੂੰ ਸਮਝ ਆ ਗਿਆ। ਆਪਾਂ ਥੋੜ੍ਹਾ ਜਿਹਾ ਇਹਨੂੰ
देखो सारा दिखन लग गया। की किता, सिलेंडर का आयतन बराबर लिखिया आपां गोले के आयतन दे, दोनों फॉर्मूले लिख ले, जो वैल्यूज़ पता सी वो लिख लिया। ठीक है, उस तो बाद सारे जिहड़े डिजिट से आपां राइट साइड ते ले आए, कैंसल किया जिहड़ा जिहड़ा कुछ कैंसल हो रहा सी, ते सॉल्व करके अपने को आ गई सिलेंडर की उचाई। ठीक है बेटा, समझ आ गया है क्वेश्चन। आपां चलदे हां हुण अपने नैक्सट क्वेश्चन ते। हाँ जी बेटा, सैकेंड क्वेश्चन की स्टेटमेंट है, एक खिडौना अर्ध व्यास 3.5 सम वाले एक शंकु के आकार का है, जो उस अर्ध व्यास वाले एक अर्ध गोले ते टिकिया है। खिडौने की कुल उचाई 15.5 सेंटीमीटर है। इस खिडौने की कुल सतह का खेत्रफल पता करो। अ टॉय इज़ इन द फॉर्म ऑफ अ कोन ऑफ रेडियस 3.5 सेंटीमीटर माउंटेड ऑन अ हैमीस्फीयर ऑफ सेम रेडियस। तो पहले दी फिगर बनाने हैं बेटा। एक अपने कोले हैमीस्फीयर है, तो उसके उपर उसे ही हाइट का, उसे ही सॉरी अर्ध व्यास का एक कोण है। ठीक है, तो इस खिडौने की जी टोटल हाइट है वो हैगी है 15.5 सेंटीमीटर। ठीक है, तो यदा जोड़ा रेडियस है वो हैगा 3.5 सेंटीमीटर। तो फाइंड की करना है आपां, टोटल सरफेस एरिया ऑफ द टॉय। हुण बेटा जी पहला जो कुछ तुहानूं इहदे विच पता है वो लिख लैंदे आपां साइड ते। दो फिगर्स ने अपने कोले, एक तो है कोन तो एक है हैमीस्फीयर, शंकु ते अर्ध गोला। दोनों की आपां नूं आर पता है जो कि सेम है 3.5 सेंटीमीटर। तो शंकु की आपां नूं एच पता करनी पऊगी। देखो बेटा इन्नी शंकु की उचाई है सेंटर तक। ठीक है, हुण टोटल उचाई 15.5 दिती हुई है, तो जे आपां इधर गोले वाल वधदे हां तां इहदा इधरों भी अर्ध व्यास कितना होगा 3.5, बिकॉज अर्ध व्यास तां सेम हुंदे ने, सारियां जिन्ने भी अर्ध व्यास होणगे वो सेम होणगे, तो 3.5 वर्टिकल भी इन्ना ही होऊगा। तो अपनी जिहड़ी शंकु की एच है उचाई है वो किद्दां आऊगी, जदों आपां 15.5 दे विच्चों 3.5 माइनस कर दांगे, इन्ने सेंटीमीटर। तो 15.5 चो 3.5 माइनस करो, ये आ जाऊगा बेटा 12 सेंटीमीटर। गल क्लीयर होगी। हुण क्वेश्चन ने की कहा, कुल सतह का खेत्रफल कढ़ना है। हुण इत्थे इस शब्द ते कन्फ्यूज नहीं होना भी आपां कुल सतह वाला फार्मूला लगा दिए, नो बेटा। उन्होंने ये कहा भी जो ये फिगर बन गई उसकी सतह कितनी दिख रही है, टोटल सरफेस एरिया ऑफ टॉय। तो आपां नूं इस फिगर दे विच दिख की रहा है, एक तो इस शंकु की टेढ़ी सतह। ठीक है, आ सर्कल तो दिख नहीं ना रहा, ये तो हुण अटैच हो गया हैमीस्फीयर दे नाल। सेम आपां नूं हैमीस्फीयर की भी पासवी सतह टेढ़ी सतह ही दिख रही है। तो इत्थे पहला फॉर्मूला लिख लो, कर्वड सरफेस एरिया ऑफ कोन प्लस कर्वड सरफेस एरिया ऑफ हैमीस्फीयर। पंजाबी च लिख लो कोण शंकु की टेढ़ी सतह का खेत्रफल प्लस अद्धे गोले की टेढ़ी सतह का खेत्रफल। हुण इन्हां दे फॉर्मूले लगाओ। कर्वड सरफेस एरिया ऑफ कोण कितना हुंदा है πr_l, तो कर्वड सरफेस एरिया ऑफ हैमीस्फीयर कितना होगा 2πr²। हुण तुसी देखो कि तुहाडे कोले शंकु की तिरछी उचाई मतलब एल की वैल्यू है, स्लैंट हाइट तिरछी उचाई, तो तुसी कहोगे नहीं जी साडे कोल तां आर ते एच है सिर्फ। तो अपना इस फॉर्मूला लिखण तो बाद अगला स्टैप की होएगा, आपां शंकु की तिरछी उचाई पता करनी है। तो पहला उसका फार्मूला लगाने आ, इत्थे लिखांगे शंकु की तिरछी उचाई, हैडिंग दे दो। तो वह की हुंदा फॉर्मूला L² इज़ इक्वल टू H² प्लस R²। हुण इत्थे इन्हां दी वैल्यू पुट करो। H अपने कोल कितनी आई सी 12, तो R कितनी है 3.5। 12 का स्केयर हो गया 144, तो 35 का स्केयर कितना हो जाऊगा 12.25। जोड़ लो इन्हों,
156.25 ਆ ਜਾਏਗਾ। ਹੁਣ ਇੱਧਰ ਐਲ ਸਕੇਅਰ ਹੈ, ਜਦੋਂ ਆਪਾਂ ਸਿੰਗਲ ਐਲ ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਇਹਦੇ ਉੱਪਰ ਕੀ ਆ ਜਾਏਗਾ ਬੇਟਾ, ਅੰਡਰ ਰੂਟ ਦਾ ਸਾਈਨ। ਤਾਂ ਆਪਾਂ ਨੇ 156.25 ਦਾ ਰੂਟ ਫਾਈਂਡ ਕਰਨਾ, ਜੋ ਕਿ ਆਊਗਾ, ਹਾਂਜੀ ਬੇਟਾ 156.25 ਦਾ ਜਦੋਂ ਆਪਾਂ ਰੂਟ ਫਾਈਂਡ ਕਰਨਾ ਹੈ ਤਾਂ ਪੁਆਇੰਟ ਤੋਂ ਬਾਅਦ ਇੱਕ ਪੇਅਰ ਹੈ, ਪੁਆਇੰਟ ਤੋਂ ਪਹਿਲਾਂ ਇੱਕ ਪੇਅਰ ਹੈ, ਇੱਕ ਏਕਮ ਇੱਕ, ਉੱਪਰੋਂ ਉਤਾਰਿਆ 56, ਇੱਕ ਤੇ ਇੱਕ ਹੋ ਗਏ 2, ਹੁਣ ਇਹ 2 ਤੇ ਹੀ ਜਾਊਗਾ, 22 ਦੂਣਾ 44, ਘਟਾਓ ਕਰੋ ਤੇ ਉੱਪਰੋਂ ਪੇਅਰ ਤਾਰ ਲਓ। ਪੇਅਰ ਤੋਂ ਜਿਹੜਾ ਪਹਿਲਾ ਪੁਆਇੰਟ ਸੀ ਤਾਂ ਆਪਣੇ ਆਨਸਰ ਦੇ ਵਿੱਚ ਵੀ ਪੁਆਇੰਟ ਆ ਜਾਏਗਾ। 22 ਦੇ ਵਿੱਚ 2 ਜੋੜਾਂਗੇ 24, ਹੁਣ 24 ਦੇ ਨਾਲ ਆਪਾਂ ਕਿਹਦਾ ਵਰਗ ਲਗਾਈਏ, 5 ਦਾ, ਤਾਂ ਇਹ ਆ ਗਿਆ ਬੇਟਾ ਆਪਣੇ ਕੋਲੇ 1225 ਪੂਰਾ ਕੱਟ ਗਿਆ, ਤਾਂ ਕਿੰਨਾ ਆ ਗਿਆ ਬੇਟਾ ਇਹਦਾ ਵਰਗਮੂਲ, 12.5। ਤਾਂ ਜਿਹੜੀ ਐਲ ਹੈ, ਤਿਰਛੀ ਉਚਾਈ ਹੈ, ਉਹ ਆਪਣੇ ਕੋਲ ਕਿੰਨੀ ਆ ਗਈ, 12.5। ਹੁਣ ਇੱਥੇ ਆਪਾਂ ਇਹ ਵੈਲਿਊਜ਼ ਭਰ ਦੇਣੀਆਂ। ਹਾਂਜੀ, ਪਾਈ ਆਪਾਂ ਇਹਦੇ ਚੋਂ ਕਾਮਨ ਲੈ ਸਕਦੇ ਹਾਂ, ਆਰ ਆਪਾਂ ਕਾਮਨ ਲੈ ਸਕਦੇ ਹਾਂ ਤਾਂ ਕਿ ਕੈਲਕੂਲੇਸ਼ਨ ਸੌਖੀ ਹੋ ਜਾਵੇ। ਫਸਟ ਕੋਲ ਰਹਿ ਗਈ ਐਲ, ਦੂਸਰੇ ਕੋਲ ਰਹਿ ਗਿਆ ਆਪਣੇ ਕੋਲੇ 2r। ਪਾਈ ਦੀ ਵੈਲਿਊ 22/7, ਆਰ ਦੀ ਵੈਲਿਊ 3.5 ਹੈ, ਆਪਾਂ 35/10 ਲਿਖ ਲਿਆ। ਐਲ ਦੀ ਵੈਲਿਊ ਹੁਣੀ ਆਪਾਂ ਫਾਈਂਡ ਕੀਤੀ ਹੈ 12.5, ਤੇ 2 ਗੁਣਾ ਆਰ ਦੀ ਵੈਲਿਊ ਹੈਗੀ ਹੈ 3.5। ਇਹਨੂੰ ਅੱਗੇ ਸੋਲਵ ਕਰੋ, ਦੇਖੋ ਬਾਹਰ ਵਾਲੇ ਤਾਂ ਕੱਟ ਰਹੇ ਨੇ, 7 5 35, 5 ਦੂਣੀ 10 ਤੇ 2 ਨਾਲ 11, 22 ਕੱਟ ਗਿਆ, 11 ਆ ਗਿਆ, ਤਾਂ ਬਾਹਰ ਆਪਣੇ ਕੋਲੇ 11 ਹੈ। 12.5 ਪਲੱਸ ਪਹਿਲਾਂ 35 ਨੂੰ 2 ਨਾਲ ਗੁਣਾ ਕਰੋ, 35 ਦੂਣਾ 70, 70 ਆਊਗਾ ਤਾਂ ਪਿਛਲਾ ਜਿਹੜਾ 0 ਹੈ ਉਹ ਪੁਆਇੰਟ ਲੱਗ ਕੇ ਕੱਟੀ ਜਾਊਗੀ। ਠੀਕ ਹੈ, ਇਹ ਆ ਗਿਆ ਬੇਟਾ ਆਪਣੇ ਕੋਲੇ 11 ਬ੍ਰੈਕਟ ਦੇ ਵਿੱਚ 19.5। ਹੁਣ 19.5 ਨੂੰ ਜਦੋਂ ਆਪਾਂ 11 ਨਾਲ ਗੁਣਾ ਕਰਦੇ ਹਾਂ ਤਾਂ ਇਹ ਆ ਜਾਊਗਾ ਆਨਸਰ 214.5। ਸਾਰੇ ਸੈਂਟੀਮੀਟਰ ਸੀ ਤਾਂ ਆਪਾਂ ਵੀ ਸੈਂਟੀਮੀਟਰ ਦਾ ਸਕੁਅਰ ਲਿਖਾਂਗੇ ਕਿਉਂਕਿ ਕੁੱਲ ਸਤ੍ਹਾ ਦਾ ਖੇਤਰਫਲ ਸੀ। ਤਾਂ ਬੇਟਾ ਦੇਖੋ ਕੀ ਕੀਤਾ ਆਪਾਂ ਫਾਈਨਲ ਇਸ ਕੁਐਸਚਨ ਦਾ, ਹਾਂਜੀ ਦਿਖ ਰਿਹਾ, ਕਲੀਅਰ ਹੈ। ਸਭ ਤੋਂ ਪਹਿਲਾਂ ਆਪਾਂ ਨੇ ਜੋ ਗਿਵਨ ਸੀ ਉਹ ਲਿਖਿਆ ਤੇ ਉੱਥੋਂ ਆਪਾਂ ਸ਼ੰਕੂ ਦੀ ਐਚ ਫਾਈਂਡ ਕੀਤੀ। ਫਿਰ ਇਸ ਕੁਐਸਚਨ ਦੇ ਅਕੋਰਡਿੰਗ ਪੁੱਛਿਆ ਗਿਆ ਸੀ ਕੁੱਲ ਸਤ੍ਹਾ ਦਾ ਖੇਤਰਫਲ, ਆਪਾਂ ਦੋਨੋਂ ਫਾਰਮੂਲੇ ਲਿਖ ਲਏ। ਫਾਰਮੂਲੇ ਲਿਖਣ ਤੋਂ ਬਾਅਦ ਤੁਹਾਨੂੰ ਕੀ ਪਤਾ ਲੱਗਿਆ ਕਿ ਤੁਹਾਡੇ ਕੋਲੇ ਸ਼ੰਕੂ ਦੀ ਤਿਰਛੀ ਉਚਾਈ ਨਹੀਂ ਹੈਗੀ, ਤਾਂ ਫਾਰਮੂਲੇ ਦਾ ਯੂਜ਼ ਕਰਕੇ ਪਹਿਲਾਂ ਤੁਸੀਂ ਤਿਰਛੀ ਉਚਾਈ ਫਾਈਂਡ ਕੀਤੀ, ਫਿਰ ਆਪਾਂ ਉਸ ਫਾਰਮੂਲੇ ਦੇ ਵਿੱਚ ਦੋਨੋਂ ਜਿਹੜੇ ਕਰਵਡ ਸਰਫੇਸ ਏਰੀਆ ਸੀ ਉਹਨਾਂ ਦੇ ਵਿੱਚ ਵੈਲਿਊਜ਼ ਪੁੱਟ ਕੀਤੀਆਂ ਤੇ ਆਪਣੇ ਕੋਲ ਫਾਈਨਲ ਜਿਹੜਾ ਆਨਸਰ ਹੈ ਉਹ ਆ ਗਿਆ 214.5। ਠੀਕ ਹੈ ਬੇਟਾ, ਸਮਝ ਆ ਗਿਆ ਹੈ ਕੁਐਸਚਨ। ਨਾਓ ਆਪਾਂ ਹੁਣ ਕਰਦੇ ਹਾਂ ਕੁਐਸਚਨ ਨੰਬਰ 3। ਹਾਂਜੀ ਬੇਟਾ, ਥਰਡ ਕੁਐਸਚਨ ਹੈ, ਵਿਆਸ 7 ਮੀਟਰ ਵਾਲਾ ਇੱਕ ਖੂਹ 20 ਮੀਟਰ ਡੂੰਘਾ ਪੁੱਟਿਆ ਜਾਂਦਾ ਹੈ ਤੇ ਪੁੱਟਣ ਨਾਲ ਨਿਕਲੀ ਹੋਈ ਮਿੱਟੀ ਨੂੰ ਇੱਕੋ ਜਿਹੇ ਰੂਪ ਵਿੱਚ ਫੈਲਾ ਕੇ 22 ਮੀਟਰ ਗੁਣਾ 14 ਮੀਟਰ ਵਾਲਾ ਇੱਕ ਚਬੂਤਰਾ ਬਣਾਇਆ ਗਿਆ ਹੈ। ਚਬੂਤਰੇ ਦੀ ਉਚਾਈ ਪਤਾ ਕਰੋ। A 20 ਮੀਟਰ ਡੀਪ ਵੈਲ ਵਿਦ ਡਾਇਆਮੀਟਰ 7 ਮੀਟਰ ਇਜ਼ ਡਗ। ਹੁਣ ਬੇਟਾ ਜੋ ਆਪਾਂ ਖੂਹ ਪੁੱਟਦੇ ਹਾਂ ਤਾਂ ਖੂਹ ਕਿਸ ਟਾਈਪ ਦਾ ਹੁੰਦਾ, ਕਿਸ ਸ਼ੇਪ ਦਾ ਹੁੰਦਾ, ਸਿਲੰਡਰ ਸ਼ੇਪ। ਠੀਕ ਹੈ, ਤਾਂ ਆਪਾਂ ਇਸ ਖੂਹ ਨੂੰ ਪੁੱਟਿਆ। The earth from digging is evenly spread out to form a platform 20 ਮੀਟਰ by 14 ਮੀਟਰ। ਤਾਂ ਬੇਟਾ ਜਿਹੜਾ ਇਸ ਚੋਂ ਮਿੱਟੀ ਨਿਕਲੀ ਹੈ ਉਹਨੂੰ ਆਪਾਂ 22 ਮੀਟਰ ਗੁਣਾ 14 ਮੀਟਰ ਦੇ ਇੱਕ ਪਲਾਟ ਦੇ ਉੱਪਰ ਵਿਛਾਤਾ। ਹੁਣ ਇਹ ਸੋਚੋ ਜਦੋਂ ਇਸ ਚੋਂ ਆਪਾਂ ਮਿੱਟੀ ਪੱਟ ਰਹੇ ਹਾਂ, ਮਿੱਟੀ ਨਿਕਲ ਰਹੀ ਹੈ, ਠੀਕ ਹੈ, ਤੇ ਉਸ ਨੂੰ ਆਪਾਂ ਇਸ ਦੇ ਉੱਪਰ ਫੈਲਾ ਰਹੇ ਹਾਂ ਤਾਂ ਇਸ ਦੀ ਉਚਾਈ ਵਧੇਗੀ। ਜੇ ਉਚਾਈ ਵਧੇਗੀ ਤਾਂ ਇਹ ਕਿਸ ਤਰ੍ਹਾਂ ਦੀ ਸ਼ੇਪ ਬਣ ਜੇਗੀ, ਕਿਊਬ ਸ਼ੇਪ ਬਣ ਜੇਗੀ। ਠੀਕ ਹੈ, ਉੱਚਾ ਉੱਠ ਜੂਗਾ ਇਹ ਜਿਹੜਾ ਖੇਤ ਹੈ, ਤਾਂ ਇਹ ਫਿਰ ਕਿਸ ਤਰ੍ਹਾਂ ਦੀ ਬਣ ਗਈ, ਕਿਊਬੋਇਡ ਸ਼ੇਪ। ਠੀਕ ਹੈ, ਹੁਣ ਫਾਰਮੂਲਾ ਤਾਂ ਉਹੀ ਲੱਗਣਾ ਹੈ, ਜਿੰਨੀ ਇਸ ਚੋਂ ਮਿੱਟੀ ਕੱਢੀ ਹੈ ਓਨੀ ਹੀ ਇਸ ਤੇ ਵਿਛਾਈ ਹੈ, ਤਾਂ ਦੋਨਾਂ ਦਾ ਕੀ ਹੋਊਗਾ, ਆਇਤਨ ਸੇਮ। ਮੈਟਰ ਸਮਝ ਆ ਗਿਆ। ਹੁਣ ਆਪਾਂ ਇਸ ਕੁਐਸਚਨ ਨੂੰ ਲਿਖਣਾ ਸ਼ੁਰੂ ਕਰਦੇ ਹਾਂ। ਹਾਂਜੀ ਦੇਖੋ, ਇੱਕ ਪਾਸੇ ਆਪਾਂ ਲਿਖਾਂਗੇ ਖੂਹ ਜੋ ਕਿ ਹੈ ਸਿਲੰਡਰ ਸ਼ੇਪ ਦਾ, ਦੂਸਰੇ ਪਾਸੇ ਆਪਾਂ ਲਿਖਾਂਗੇ ਚਬੂਤਰਾ
जो कि है घनाव शेप का। ठीक है, जिहदी जिहड़ी वैल्यू पता है भर दो। इत्थे तुसीं इंग्लिश च लिखोगे वैल, तो इधर सिलेंडर, चबूतरा इन्हें लिखा प्लेटफॉर्म। जो जो वैल्यू पता है भर दो। व्यास यानी कि डायामीटर 7 मीटर, तो यदी उचाई है 20 मीटर। चबूतरे की लंबाई 22 मीटर, चौड़ाई 14 मीटर। तो इस चबूतरे की जो उचाई है वो आपां नूं नहीं पता, वो फाइंड करनी है। ठीक है, तो आपां ने फिगर के थ्रू समझ लिया कि दोनों जिहड़ियां चीज़ां ने उन्हां दा वॉल्यूम सेम होगा। तो पहले सम दे विच मैं तुहानूं दस्सिया सी जिहदे विच कुछ पता करना हुंदा उहनूं लैफ्ट साइड ते रखिया करो। तो अकॉर्डिंग टू क्वेश्चन आपां की लिखांगे, चबूतरे दा आयतन बराबर है खूह विचों कड्डी मिट्टी दा आयतन। ठीक है बेटा, हुण इहदा आपां ने फॉर्मूला भरना। इंग्लिश दे विच लिख लो, वॉल्यूम ऑफ प्लेटफॉर्म, वॉल्यूम ऑफ अर्थ डग आउट। डगिंग आउट लिखांगे कि डग आउट लिखांगे आपां? ठीक है जी, हुण इन्हां दे फॉर्मूले भरो। वॉल्यूम ऑफ प्लेटफॉर्म L गुणा B गुणा H, तो वॉल्यूम ऑफ अर्थ डग आउट का की आजूगा पाई आर स्केयर। एक मिनट, मैं H की दा वड्डा लिता सी क्यूबॉइड का, तो इत्थे आपां कैपीटल H पावांगे, इत्थे आपां स्मॉल h। वैल्यूज़ भरो 22 गुणा 14 गुणा H तुहाडे कोल है नहीं, 22/7 गुणा, हुण जो सिलेंडर सी उहदा तुहानूं D पता सी। ठीक है, तो आर कितनी आ जाऊगी 7/2 मीटर। ठीक है जी, 7/2, तो H कितनी है 20। इधरले पासे अपने को 7 कट रहा है, 2 दे नाल 22 कट रहा है, 2 दे नाल 20 कट रहा है। ठीक है, H नूं लैफ्ट ते रखो, राइट ते तुहाडे कोल की बच गया 11 7 ते 10। ये ओवर की आना है 22 ते 14। कटाओ जो कुछ कट रहा है, 7 दूनी 14, 11 दूना 22, 2 दे नाल 10 कट गया 5। H की वैल्यू कितनी आ गई 5/2 मीटर। हुण 5/2 नूं की लिखांगे आपां जो पॉइंट्स च चेंज करांगे? 5 का अद्धा 2.5, एवें भी सोच सकते हो। ठीक है, जो डिवाइड करके देखना तो डिवाइड करके देख लो। पॉइंट लग गया 0 तारी, 5 ते जाऊगा 10, कितना आ गया 2.5 मीटर। तो H की पता करनी सी आपां, ये चबूतरे की उचाई। तो चबूतरे की उचाई कितनी आ गई 2.5 मीटर। सवाल का समझ आया बेटा किवें सॉल्व करना सी आपां? एक आपां ने खूह पट्टिया सी ते ओहदी मिट्टी नूं आपां चबूतरे ते सॉरी आयताकार खेत के उपर फैलाया सी, ते उस ते फैलाउण दे नाल ओह की बन गया सी, एक क्यूबॉइड चबूतरा बन गया सी, ते ओहदी हाइट पता करनी सी। अकॉर्डिंग टू क्वेश्चन आपां लगाया कि चबूतरे का आयतन ते खूह विचों कड्डी मिट्टी का आयतन दोनों सेम होणगे। दोनों के फॉर्मूले लिखे इक्वल इक्वल, वैल्यूज़ भरियां, ते अपने कोले चबूतरे की उचाई फाइंड होगी। ठीक है जी, लास्ट क्वेश्चन करते हैं आप। लास्ट क्वेश्चन है, देखो बेटा, 2 घन जिन्हां विचों हरेक का आयतन 64 सेंटीमीटर क्यूब है दे समान फलकों नूं मिला के एक ठोस बनाया जाता है, इस नाल प्राप्त घनाव की सतह का खेत्रफल पता करो। 2 क्यूब्स ने जिन्हां दा वॉल्यूम गिवन है, ठीक है, 64 सेंटीमीटर क्यूब, आर ज्वाइंट एंड टू एंड। देखो एक क्यूब हो गया, ਇਹਦੇ ਨਾਲ ही दूजा ਜਿਹੜਾ क्यूब है वो जोड़िया गया। मेरी ड्राइंग इन्नी वधिया नहीं है, ठीक है, समझ लियो। हुण दोनों क्यूब ਇਹਦੇ ਨਾਲ जोड़ते, ठीक है, तो हुण ਇਹਦੇ ਨਾਲ की फर्क पिया?
ਜਿਹੜੀ ਇਹਦੀ ਲੈਂਥ ਸੀਗੀ ਉਹ ਵੱਧ ਗਈ। ਜਿਵੇਂ ਆਪਾਂ ਕਹਿੰਦੇ ਨੇ ਇੱਕ ਕਮਰੇ ਦੇ ਨਾਲ ਆਪਾਂ ਦੂਜਾ ਕਮਰਾ ਬਣਾ ਦਿੰਦੇ ਹਾਂ, ਤਾਂ ਉਹਦੀ ਨਾ ਤਾਂ ਚੌੜਾਈ 'ਚ ਫਰਕ ਪੈਂਦਾ ਨਾ ਉਚਾਈ 'ਚ ਫਰਕ ਪੈਂਦਾ, ਉਹਦੀ ਲੰਬਾਈ ਵੱਧ ਜਾਂਦੀ ਹੈ। ਠੀਕ ਹੈ, ਤਾਂ ਹੁਣ ਇਹਦਾ ਜਿਹੜਾ ਵੋਲਿਊਮ ਸੀ ਉਹ ਵੀ 64 ਸੀ ਅਤੇ ਇਹਦਾ ਵੋਲਿਊਮ ਵੀ 64 ਸੈਂਟੀਮੀਟਰ ਕਿਊਬ ਸੀ। ਹੁਣ ਜਦੋਂ ਦੋਨਾਂ ਦੀ ਲੈਂਥ ਵਧੀ ਹੈ ਦੋ ਜੋੜਨ ਦੇ ਨਾਲ, ਤਾਂ ਉਹ ਲੈਂਥ ਨਹੀਂ ਪਤਾ ਸਾਨੂੰ, ਬ੍ਰੈਡਥ ਨਹੀਂ ਪਤਾ, ਹਾਈਟ ਨਹੀਂ ਪਤਾ, ਕਿਵੇਂ ਸਰਫੇਸ ਏਰੀਆ ਕੱਢਾਂਗੇ, ਕਿਵੇਂ ਆਪਾਂ ਘਨਾਭ ਦੀ ਸਤ੍ਹਾ ਦਾ ਖੇਤਰਫਲ ਕੱਢਾਂਗੇ। ਤਾਂ ਉਹਦੇ ਲਈ ਬੇਟਾ ਪਹਿਲਾਂ ਤੁਹਾਨੂੰ ਐਲ, ਬੀ ਅਤੇ ਐਚ, ਲੰਬਾਈ, ਚੌੜਾਈ ਅਤੇ ਉਚਾਈ ਤਿੰਨੋਂ ਹੀ ਪਤਾ ਕਰਨੀਆਂ ਪੈਣਗੀਆਂ। ਤਾਂ ਆਪਾਂ ਲਿਖਦੇ ਹਾਂ, ਦੇਖੋ ਜੋ ਇਹਨੇ ਦਿੱਤਾ ਹੋਇਆ, ਘਣ ਦਾ ਆਇਤਨ, ਵੋਲਿਊਮ ਆਫ ਕਿਊਬ ਕਿੰਨਾ ਦਿੱਤਾ ਹੋਇਆ 64 ਸੈਂਟੀਮੀਟਰ ਕਿਊਬ। ਤਾਂ ਵੋਲਿਊਮ ਦਾ ਫਾਰਮੂਲਾ ਕੀ ਹੁੰਦਾ ਬੇਟਾ, ਐਜ ਕਿਊਬ ਵੀ ਕਹਿ ਸਕਦੇ ਹੋ, ਸਾਈਡ ਕਿਊਬ ਵੀ ਕਹਿ ਸਕਦੇ ਹੋ। ਤਾਂ ਇੱਥੋਂ ਆਪਣੇ ਕੋਲੇ ਸਾਈਡ ਆਊਗੀ। ਹੁਣ ਜਿਹੜਾ 64 ਹੈ ਉਹ ਕਿਹਦੀ ਕਿਊਬ ਹੁੰਦਾ, ਉਹ ਹੁੰਦਾ 4 ਦੀ ਕਿਊਬ। ਤਾਂ ਆਪਣੇ ਕੋਲੇ ਸਾਈਡ ਕਿੰਨੀ ਆ ਗਈ ਬੇਟਾ 4 ਸੈਂਟੀਮੀਟਰ। ਠੀਕ ਹੈ, ਤਾਂ ਹੁਣ ਜਦੋਂ ਸਾਈਡ ਆ ਗਈ ਤਾਂ ਇਹ ਕੀ ਹੋ ਗਿਆ ਐਲ, ਬੀ ਅਤੇ ਐਚ। ਹੁਣ ਇੱਥੇ ਆਪਾਂ ਲਿਖਾਂਗੇ ਦੋ ਘਣ ਜੋੜਨ ਨਾਲ ਪ੍ਰਾਪਤ ਲੰਬਾਈ ਇੰਗਲਿਸ਼ 'ਚ ਲਿਖ ਲਓ ਲੈਂਥ ਆਫ ਰਿਜ਼ਲਟਿੰਗ ਕਿਊਬੋਇਡ ਵੀ ਲਿਖ ਸਕਦੇ ਹੋ। ਠੀਕ ਹੈ, ਹੁਣ 4 ਸੀਗੀ ਤੁਹਾਡੇ ਕੋਲ ਸਾਈਡ, 4 ਨਾਲ ਜੁੜ ਗਈ ਤਾਂ ਕਿੰਨੀ ਬਣ ਗਈ ਬੇਟਾ 8 ਸੈਂਟੀਮੀਟਰ। ਤੇ ਬੀ ਜਿਹੜੀ ਹੈ ਉਹ 4 ਹੀ ਹੋਊਗੀ, ਐਚ ਜਿਹੜੀ ਹੈ ਉਹ ਵੀ 4 ਹੀ ਹੋਊਗੀ। ਆਪਾਂ ਨੇ ਪਤਾ ਕਰਨਾ ਇਹਨਾਂ ਦਾ ਸਰਫੇਸ ਏਰੀਆ ਆਫ ਦਾ ਰਿਜ਼ਲਟਿੰਗ ਕਿਊਬੋਇਡ। ਸਰਫੇਸ ਏਰੀਆ ਆਫ ਰਿਜ਼ਲਟਿੰग मतलब जो बन गया। ठीक है, रिजल्टिंग क्यूबॉइड बने घनाभ दा, घनाभ दी सतह का खेत्रफल। तो हुण जिहड़ी घनाभ की सतह बनी है बेटा उसकी कुल सतह फाइंड करनी है। आपां उहदा फॉर्मूला की हुंदा है 2 इंटू लैंथ ब्रैडथ प्लस ब्रैडथ हाइट प्लस हाइट लैंथ, 2 गुणा लंबाई चौड़ाई प्लस चौड़ाई उचाई प्लस उचाई लंबाई। तीनों दी वैल्यूज़ भर दो। एल तुहाडे कोल 8 आई है तो बी 4। देखो मैं तीनों वैल्यूज़ फिल करतियाँ। 8 चौका 32, चौकम चौकी 16 तो 8 चौका 32। इन्हों जोड़ लो तो ये बन गया अपने कोले 80। 80 ਨੂੰ 2 ਨਾਲ ਗੁਣਾ ਕਰਾਂਗੇ 160 ਸੈਂਟੀਮੀਟਰ ਹੀ ਸੀਗੇ ਤਾਂ ਇੱਥੇ ਵੀ ਆਪਾਂ ਸੈਂਟੀਮੀਟਰ ਦਾ ਸਕੁਅਰ ਹੀ ਲਿਖਾਂਗੇ ਕਿਉਂਕਿ ਖੇਤਰਫਲ ਫਾਈਂਡ ਕਰ ਰਹੇ ਹਾਂ। ਦੇਖੋ ਇਸ ਤੁਹਾਨੂੰ ਕੀ ਸਮਝ ਆਇਆ ਸੀ। ਹਾਂਜੀ, ਦੋ ਜਿਹੜੇ ਨੇ ਕਿਊਬਸ ਜੋੜੇ ਗਏ ਸੀ ਜਿਨ੍ਹਾਂ ਦਾ ਆਪਾਂ ਨੂੰ ਸਿਰਫ ਵੋਲਿਊਮ ਪਤਾ ਸੀ, ਉਸ ਵੋਲਿਊਮ ਤੋਂ ਆਪਾਂ ਇਹਦੀ ਸਾਈਡ ਪਤਾ ਕੀਤੀ। ਹੁਣ ਜਦੋਂ ਸਾਈਡ ਪਤਾ ਲੱਗ ਗਈ ਤਾਂ ਹੁਣ ਸਾਈਡ ਕਿੰਨੀ ਹੈ 4, ਜਦੋਂ ਦੋਨੋਂ ਜੋੜਾਂਗੇ ਤਾਂ ਉਹਦੀ ਲੰਬਾਈ ਕਿੰਨੀ ਬਣ ਜੂਗੀ 8। ਇਸੇ ਗੱਲ ਨੂੰ ਪਹਿਲਾਂ ਆਪਾਂ ਲਿਖਿਆ कि 8 ਸੈਂਟੀਮੀਟਰ ਬਣ ਗਈ। ਫਿਰ ਚੌੜਾਈ ਤੇ ਉਚਾਈ ਸੇਮ ਨੇ, ਸਰਫੇਸ ਏਰੀਆ ਆਪਾਂ ਫਾਰਮੂਲਾ ਲਗਾ ਕੇ ਫਾਈਂਡ ਕਰ ਲਿਆ। ਠੀਕ ਹੈ ਬੇਟਾ, ਤਾਂ ਇਹ ਸੀਗਾ ਤੁਹਾਡਾ ਲਾਸਟ ਕੁਐਸਚਨ 4th ਵੀਕਲੀ ਸ਼ੀਟ ਨੰਬਰ 2 ਦਾ। ਚਾਰੋਂ ਕੁਐਸਚਨਸ ਬੇਟਾ ਮੋਸਟ ਇੰਪੋਰਟੈਂਟ ਨੇ, ਬਹੁਤ ਹੀ ਜ਼ਿਆਦਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇਗੇ। ਇਹਨਾਂ ਨੂੰ 2 ਜਾਂ 3 ਵਾਰ ਸੋਲਵ ਕਰਕੇ ਜ਼ਰੂਰ ਦੇਖ ਲਿਓ, ਮਾਈਂਡ ਦੇ ਵਿੱਚ ਇਹਨੂੰ ਪੱਕਾ ਕਰ ਲਿਓ। ਠੀਕ ਹੈ, ਤੇ ਆਪਣੀ ਜਿਹੜੀ ਟਰਮ 2 ਦੀ ਤਿਆਰੀ ਹੈ ਆਪਣੀ ਜਾਰੀ ਰੱਖੋ। ਠੀਕ ਹੈ ਜੀ, ਬਾਏ ਬੇਟਾ।